मान लो नौकरी के लिए हायर कर लिया जी, ठीक है। हुण तुसीं एक जॉब लैटर है, जिहड़ा जॉब ऑफर है तुहानूं, वो एक्सैप्ट करना गा, वो किस तरह करोगे? की कह रहे हैं, नौकरी की पेशकश नूं की करना है? स्वीकार करना है, ठीक है जी। नौकरी की पेशकश नूं की करना है? स्वीकार करना। एक्सैप्टिंग ए जॉब ऑफर, मान लो किसी ने जॉब ऑफर की है तुहानूं, ऑफर करांगे तां ही आपां कोई चीज़ लवांगे ना। जे तुहानूं चाह पीण दे लई जां कोई कॉफ़ी दे लई ऑफर करदा गा, तां आपां तां ही लवांगे ना, कहंदा जे तुहानूं। इस तरह एक नौकरी की पेशकश नूं कीता आपां स्वीकार कर रहे, मान लो आपां नूं नौकरी ते रखिआ है, ਤਾਂ ਆਪਾਂ ਕੀ ਕੀਤਾ, ਇਹਨੂੰ ਸਵੀਕਾਰ ਕਰ ਰਹੇ ਹਾਂਗੇ। ਕਹਿੰਦੇ ਜਦੋਂ ਤੁਸੀਂ ਇੱਕ ਨੌਕਰੀ ਦੀ ਪੇਸ਼ਕਸ਼ ਨੂੰ ਕੀ ਹੈ ਪ੍ਰਾਪਤ ਕਰਦੇ ਹੋ, ਤਾਂ ਉਦੋਂ ਨੌਕਰੀ ਦੀ ਪੇਸ਼ਕਸ਼ ਨੂੰ ਕਿੱਦਾਂ ਸਵੀਕਾਰ ਕਰਨਾ ਹੈ, ਠੀਕ ਹੈ। ਉਹਦੇ ਲਈ ਇੱਕ ਪੱਤਰ ਵਧੀਆ ਹੋਣਾ ਚਾਹੀਦਾ, ਖੁਸ਼ੀ ਦੇਣ ਵਾਲੀ ਗੱਲ ਹੈ, ਕਿਉਂਕਿ ਪਤਾ ਤੁਹਾਨੂੰ ਨੌਕਰੀ ਮਿਲਦੀ ਹੈ, ਇੱਕ ਖੁਸ਼ੀ ਹੁੰਦੀ ਹੈ, ਠੀਕ ਹੈ। ਜਿਵੇਂ ਕਿ ਇਹ ਇੱਕ ਨੌਕਰੀ ਲੱਭਣ ਵਿੱਚ ਤੁਹਾਡੀ ਸਾਰੀਆਂ ਕੋਸ਼ਿਸ਼ਾਂ ਦੇ ਸ਼ਾਮਲ ਹੋਣ ਨੂੰ ਕੀ ਕਰਦਾ ਜੀ, ਪੇਸ਼ ਕਰਦਾ। ਤੁਹਾਡੀਆਂ ਕੋਸ਼ਿਸ਼ਾਂ ਸੀ ਜਿਹੜੀਆਂ ਤੁਸੀਂ ਟਰਾਈ ਕਰ ਰਹੇ ਸੀ ਵਾਰ-ਵਾਰ ਇੱਕ ਵਧੀਆ ਨੌਕਰੀ ਦੇ ਲਈ, ਤੁਹਾਨੂੰ ਉਹ ਮਿਲ ਗਈ, ਠੀਕ ਹੈ। ਇਸ ਦੇ ਲਈ ਤੁਹਾਨੂੰ ਖੁਸ਼ੀ ਹੋਈ ਹੈ, ਉਹਨੂੰ ਸਵੀਕਾਰ ਕਰ ਰਹੇ ਹੋ ਤੁਸੀਂ, ਉਸ ਦੇ ਲਈ ਇੱਕ ਧੰਨਵਾਦ ਵੀ ਕਰਨਾ ਜ਼ਰੂਰੀ ਹੈ ਤੁਹਾਡਾ। ਤਾਂ ਨੌਕਰੀ ਦੀ ਪੇਸ਼ਕਸ਼ ਨੂੰ ਸਵੀਕਾਰ ਕਰਨ ਲਈ ਪੱਤਰ ਇੱਕ ਅਜਿਹਾ ਹੋਣਾ ਚਾਹੀਦਾ ਕਿ ਜੋ ਤੁਸੀਂ ਕੰਪਨੀ ਨੂੰ ਲਿਖਦੇ ਹੋ ਜਿਸ ਨੇ ਤੁਹਾਨੂੰ ਨੌਕਰੀ ਦੀ ਪੇਸ਼ਕਸ਼ ਕੀਤੀ ਹੈ। ਤਾਂ ਤੁਹਾਨੂੰ ਕੁਝ ਪੁਆਇੰਟਾਂ ਨੂੰ, ਠੀਕ ਹੈ ਜੀ, ਧਿਆਨ 'ਚ ਰੱਖਣਾ ਗਾ। ਪਹਿਲਾਂ ਜੀ, ਰਿਟਨ ਅਸੈਪਟੈਂਸ ਆਫ ਦਾ ਜੋਬ ਆਫਰ, ਠੀਕ ਹੈ ਜੀ। ਦ ਟਰਮ ਐਂਡ ਕੰਡੀਸ਼ਨ, ਜਿਹਨੂੰ ਬੋਲਦੇ ਆ ਟੀ ਐਂਡ ਸੀ, ਠੀਕ ਹੈ ਜੀ। ਟੀ ਐਂਡ ਸੀ ਵੀ ਬੋਲਦੇ हैं, ਜਾਂ ਬੋਲਦੇ ਆਪਾਂ ਟਰਮ ਐਂਡ ਕੰਡੀਸ਼ਨ, ਸ਼ਾਰਟਕਟ ਦੇ ਵਿੱਚ ਟੀ ਐਂਡ ਸੀ ਵੀ ਲਿਖਿਆ ਹੁੰਦਾ ਹੈਗਾ। ਟਰਮ ਐਂਡ ਕੰਡੀਸ਼ਨਸ ਆਫ ਇੰਪਲਾਈਮੈਂਟ, ਜਿਵੇਂ ਸੈਲਰੀ ਦੀ, ਬੈਨੀਫਿਟ, ਈਟੀਸੀ। ਸਟਾਰਟਿੰਗ ਡੇਟ ਆਫ ਇੰਪਲਾਈਮੈਂਟ, ਕਦੋਂ ਉਹ ਕੀ ਰੁਜ਼ਗਾਰ ਤੇ ਆਊਗਾ ਆਪਣੇ। ਥੈਂਕਸ ਐਂਡ ਐਪਰੀਸ਼ੀਏਸ਼ਨ ਫॉर द अपॉर्चुनिटी, ਆਪਾਂ ਨੇ ਉਹਨਾਂ ਦਾ ਧੰਨਵਾਦ ਕੀਤਾ ਕਿ ਮੈਨੂੰ ਖੁਸ਼ੀ ਹੋਈ, ਐਪਰੀਸ਼ੀਏਟ ਕਰਦੇ ਨੇ ਤੁਹਾਨੂੰ, ਪ੍ਰਸ਼ੰਸਾ। ਰਿਕੁਐਸਟ ਫॉर ਨੋਟੀਫਿਕੇਸ਼ਨ ਆਫ ਐਨੀ ਚੇਂजेस, ਜਾਂ ਇਫ ਕੈਂਡੀਡੇਟ ਇਜ਼ ਰਿਕੁਆਇਰਡ ਟੂ ਡੂ ਐਨੀਥਿੰਗ ਬਿਫੋਰ ਸਟਾਰਟਿੰਗ ਇੰਪਲਾਈਮੈਂਟ, ਕਿ ਤੁਸੀਂ ਨੌਕਰੀ ਕਰਨ ਤੋਂ ਪਹਿਲਾਂ ਕੋਈ ਚੀਜ਼ ਦੀ ਲੋੜ ਹੈ ਤੁਹਾਨੂੰ, ਉਸ ਦੇ ਬਾਰੇ ਤੁਸੀਂ ਮੈਂਸ਼ਨ ਕਰ ਸਕਦੇ ਹੋ। ਤੁਹਾਨੂੰ ਪੱਤਰ ਦੇ ਸਬਜੈਕਟ ਲਾਈਨ ਨਹੀਂ ਲਿਖਣੀ, ਠੀਕ ਹੈ ਜੀ। ਤੁਸੀਂ ਸਬਜੈਕਟ ਲਿਖੀ ਇਸ ਦੇ ਵਿੱਚ ਨਹੀਂ ਮੈਂਸ਼ਨ ਕਰਨਾ। ਤਾਂ ਦੇਖੋ ਜੀ, ਹੇਠਾਂ ਦਿੱਤੀ ਜਾਣਕਾਰੀ ਨੂੰ ਪੜ੍ਹੋ। ਅਸੈਪਟਿੰਗ ਏ ਜੋਬ ਆਫਰ, ਰਿਟਨ ਅਸੈਪਟੈਂਸ ਆਫ ਏ ਜੋਬ, ਇੱਕ ਨੌਕਰੀ ਨੂੰ ਲਿਖਤੀ ਸਵੀਕਾਰ ਕਰਨਾ। ਇਟ ਇਜ਼ ਵਿਦ ਗ੍ਰੇਟ ਐਂਥੂਸੀਜ਼ਮ, ਐਂਥੂਸੀਜ਼ਮ ਮਤਲਬ ਉਤਸ਼ਾਹ, that I accept your offer for the post of a sales executive at Selwell organization. Please consider this letter as my formal acceptance for it, कि मेरा accept किया जाए, मैं ਤੁਹਾਨੂੰ, ਤੁਸੀਂ ਮੈਨੂੰ ਜੋਬ ਆਫਰ ਕੀਤੀ ਹੈ, ਇਸ ਕਰਕੇ ਕਿ ਇਹ ਮੇਰਾ ਕੰਸੀਡਰ ਕੀਤਾ ਜਾਵੇ ਕਿ ਮੈਂ accept ਕਰ ਲਈ ਇਸ ਚੀਜ਼ ਨੂੰ। ਸੈਕੰਡ ਕੀ ਹੈ, ਤੁਸੀਂ ਜੇ ਇਹ ਚੀਜ਼ ਆਹ ਲੈਣਾ ਨਹੀਂ ਲਿਖਣੀ ਹੈ ਤਾਂ ਦੂਜੀ ਲਾਈਨ ਲਿਖ ਸਕਦੇ ਹੋ। ਆਈ ਵੁੱਡ ਲਾਈਕ ਟੂ ਐਕਸਪ੍ਰੈਸ, ਕਿ ਮੈਂ ਆਪਣੇ ਬਿਆਨ ਕੀ ਹੈ ਖੁਸ਼ੀ ਨਾਲ ਤੁਹਾਨੂੰ ਕਰ ਰਿਹਾ, ਕਿਸ ਦੇ ਲਈ ਕਰ ਰਿਹਾ, ਕਿਉਂਕਿ ਮੈਨੂੰ ਕੀ ਕੀਤਾ ਜੀ, ਸੇਲਜ਼ ਐਗਜ਼ੀਕਿਊਟਿਵ ਦੇ ਲਈ ਤੁਹਾਨੂੰ ਕੀ ਆ ਆਫਰ ਕੀਤਾ ਹੈਗਾ। ਪਲੀਜ਼ ਕੰਸੀਡਰ ਦਿਸ ਲੈਟਰ ਐਜ ਫਾਰਮਲ ਅਸੈਪਟੈਂਸ ਆਫ ਇਟ, ਠੀਕ ਹੈ, ਇਹ ਵੀ ਲਿਖ ਸਕਦੇ ਹੋ। ਥਰਡ ਲਾਈਨ ਕੀ ਲਿਖਿਆ ਜੀ, ਜੇ ਨਹੀਂ ਲਿਖਣੀ ਦੋਨਾਂ ਦੇ ਵਿੱਚ ਉੱਪਰਲੀਆਂ, ਤਾਂ ਲਿਖ ਸਕਦੇ ਹੋ, ਆਈ ਐਮ ਰਾਈਟਿੰਗ ਦਿਸ ਲੈਟਰ ਐਜ ਐਨ ਅਸੈਪਟੈਂਸ ਆਫ ਯੂਰ ਆਫਰ, ਕਿਸ ਦੇ ਲਈ, ਆਫ ਦਾ ਪੋਸਟ ਸੇਲਜ਼ ਐਗਜ਼ੀਕਿਊਟਿਵ ਐਟ ਸੈਲਵੈਲ ਆਰਗੇਨਾਈਜੇਸ਼ਨ, ਠੀਕ ਹੈ। ਉਸ ਤੋਂ ਬਾਅਦ ਜੀ ਟੀ ਐਂਡ ਸੀ ਦੱਸਿਆ ਜੀ, ਇਹ ਵੀ ਹੁਣ ਜ਼ਰੂਰੀ ਹੈਗੀ। ਇੱਕ ਲਾਈਨ ਇਸ ਦੇ ਵਿੱਚ ਲਿਖੀ ਤਿੰਨਾਂ ਦੇ ਵਿੱਚੋਂ। ਉਸ ਤੋਂ ਬਾਅਦ ਜੀ ਟੀ ਐਂਡ ਸੀ ਦੇ ਵਿੱਚ ਕੀ ਲਿਖਣਾ ਹੈ, ਕਹਿੰਦੇ ਜੀ ਆਈ ਅੰਡਰਸਟੈਂਡ, ਮੈਂ ਸਮਝ ਗਿਆ ਜੀ, ਸਮਝਦਾ ਜੀ ਕਿ ਆਈ ਵਿਲ ਬੀ ਰਿਸੀਵਿੰਗ ਏ ਸਟਾਰਟਿੰਗ ਸੈਲਰੀ 12,000 ਰੁਪਏ ਪਰ ਮੰਥ ਮੈਨੂੰ ਸੈਲਰੀ ਜਿਹੜੀ ਮਿਲੂਗੀ। ਆਈ ਆਲਸੋ ਅੰਡਰਸਟੈਂਡ, ਮੈਂ ਵੀ ਸਮਝ ਗਿਆ ਕਿ ਆਈ ਵਿਲ ਗੈਟ ਫੁਲੀ ਪੇ ਐਂਡ ਬੈਨੀਫਿਟ ਡਿਊਰਿੰਗ ਦਾ 3 month ਪ੍ਰੋਬੇਸ਼ਨ ਪੀਰੀਅਡ, ਕਿ ਮੈਨੂੰ ਸਾਰੇ ਜਿਹੜੇ ਪਹਿਲੇ 3 ਮਹੀਨੇ ਨੇ ਉਸ ਟਾਈਮ ਵੀ ਮੈਨੂੰ ਕੀ ਫੁਲੀ ਪੇ ਮਿਲੂ, ਉਹਦੇ ਜਿਹੜੇ ਬੈਨੀਫਿਟ ਨੇ ਉਹ ਵੀ ਮੈਨੂੰ ਮਿਲਣਗੇ। ਤਾਂ ਜਿਹੜੀ ਟੀ ਐਂਡ ਸੀ ਦੇ ਵਿੱਚ ਤੁਹਾਨੂੰ ਗੱਲ ਕੀਤੀ ਹੈ ਕਿ ਤੁਹਾਡੇ ਆਹ ਕੰਮ ਕਰਨਾ ਜ਼ਰੂਰੀ ਹੈ, ਪਹਿਲੇ 3 ਮਹੀਨੇ 2 ਮਹੀਨੇ ਤੁਹਾਡੀ ਪਰਫੋਰਮੈਂਸ ਚੈੱਕ ਕੀਤੀ ਜਾਊਗੀ, ਠੀਕ ਹੈ। ਜਿਹਨੂੰ ਬੋਲਦੇ ਹਾਂ ਇੱਕ ਪਰਖ ਕਾਲ, ਜਿਵੇਂ ਅੱਜ ਕੱਲ੍ਹ ਸਰਕਾਰੀ ਗੌਰਮੈਂਟ ਕੋਈ ਵੀ ਇੰਪਲਾਈ ਹੈ ਉਹਦਾ 3 ਸਾਲ ਦਾ ਪ੍ਰੋਬੇਸ਼ਨ ਪੀਰੀਅਡ ਹੁੰਦਾ ਗਾ। 3 ਸਾਲ ਕਿਸੇ ਆਰਗੇਨਾਈਜੇਸ਼ਨ ਦੇ ਵਿੱਚ, ਸੰਸਥਾ ਦੇ ਵਿੱਚ ਲੱਗਣ ਤੋਂ ਬਾਅਦ ਉਹਨੂੰ ਕੀ ਹੈ ਰੈਗੂਲਰ ਮੰਨਿਆ ਜਾਂਦਾ, ਪੱਕਾ ਕਰਦੇ ਨੇ, ਠੀਕ ਹੈ। ਦੂਸਰਾ ਪੁਆਇੰਟ, ਜੇ ਤੁਸੀਂ ਆਹ ਚੀਜ਼ ਨਹੀਂ ਲਿਖਣੀ ਤਾਂ ਲਿਖਿਆ ਐਜ ਡਿਸਕਸਡ ਮਾਈ ਸਟਾਰਟਿੰਗ ਸੈਲਰੀ ਵਿਲ ਬੀ 12,000 ਪਰ ਮੰਥ। I also understand that I will receive full pay and benefits during the 3 months probationary period, ठीक है। उस तो बाद है स्टार्टिंग डेट ऑफ इंप्लायमेंट, रोजगार शुरू करने की मिति आई एज एग्रीड, ठीक है, सहमति के नाल कि माई ज्वाइनिंग डेट की बिल भी 1 Jan 2009, ठीक है। जाके कह सकते आप 1 June
2020 ठीक है जी। ਐ ਡਿਸਕਸਡ ਕਿ ਆਪਣੀ ਗੱਲਬਾਤ ਦੇ ਦੌਰਾਨ ਆਈ ਵਿਲ ਬੀ ਸਟਾਰਟਿੰਗ ਵਰਕ ਫਰੋਮ 1 ਜੂਨ ਆਫ ਠੀਕ ਹੈ 2009 ਓਕੇ ਜੀ। ਹੁਣ ਤਿੰਨੇ ਗੱਲਾਂ ਆਪਣੇ ਲਿਖਤੀਆਂ ਉਸ ਦੇ ਵਿੱਚ। ਫੋਰਥ ਗੱਲ ਕੀ ਆਪਣਾ ਹੁਣ ਧੰਨਵਾਦ ਵੀ ਜ਼ਰੂਰੀ ਹੈ। ਥੈਂਕਸ ਐਂਡ ਐਪਰੀਸ਼ੀਏਸ਼ਨ ਫॉर ਓਪਰਚੁਨਿਟੀ, ਧੰਨਵਾਦ ਅਤੇ ਮੌਕਾ ਦੇਣ ਦੇ ਲਈ ਕੀ ਕਰਨਾ ਆਪਾਂ ਪ੍ਰਸ਼ੰਸਾ ਕਰਨੀ ਹੈ ਬੰਦੇ ਦੀ ਠੀਕ ਹੈ। ਥੈਂਕਸ ਯੂ ਫॉर ਵਨਸ ਅਗੇਨ, ਆਪਾਂ ਬੋਲਦੇ ਹਾਂ ਕਿਸੇ ਕੰਮ ਲਈ ਆਪਾਂ ਥੈਂਕਸ ਅਗੇਨ ਵਨਸ ਅਗੇਨ ਠੀਕ ਹੈ। ਹੈਪੀ ਬਰਥਡੇ ਬੋਲਦੇ ਆਪਾਂ ਜਦੋਂ ਕਹਿੰਦੇ ਵਨਸ ਅਗੇਨ ਹੈਪੀ ਬਰਥਡੇ ਠੀਕ ਹੈ। ਤਾਂ ਇਸ ਤਰ੍ਹਾਂ ਆਪਾਂ ਧੰਨਵਾਦ ਕਰਨਾ। ਆਪਾਂ ਨੂੰ ਖੁਸ਼ੀ ਹੋਈ ਹੈ, ਕਿਉਂ ਖੁਸ਼ੀ ਹੋਈ ਹੈ ਤੁਹਾਨੂੰ ਪਤਾ ਹੈਗੀ ਠੀਕ ਹੈ। ਆਪਾਂ ਨੂੰ ਨੌਕਰੀ ਮਿਲ ਗਈ, ਬੈਸਟ ਓਪਰਚੁਨਿਟੀ ਸੀ ਤੁਹਾਡੇ ਵਾਸਤੇ ਇਹ। ਹੁਣ ਤੁਸੀਂ ਆਨਲਾਈਨ ਕਲਾਸਾਂ ਲਗਾ ਰਹੇ ਹੋ, ਇਹ ਵੀ ਤੁਹਾਡੀ ਇੱਕ ਬੈਸਟ ਓਪਰਚੁਨਿਟੀ ਹੈ ਠੀਕ ਹੈ ਜੀ, ਤੁਹਾਡੇ ਲਈ ਬੈਸਟ ਹੈਗਾ। ਥੈਂਕ ਯੂ ਵਨਸ ਅਗੇਨ ਫॉर ਦਿਸ ਵੰਡਰਫੁਲ ਓਪਰਚੁਨਿਟੀ। ਆਈ ਲੁੱਕ ਫॉरवर्ड ਟੂ ਜੁਆਇਨਿੰਗ ਯੂਅਰ ਟੀਮ ਠੀਕ ਹੈ। ਮੈਂ ਚਾਹੁੰਦਾ ਸੀ ਤੁਹਾਡੀ ਜਿਹੜੀ ਕੰਪਨੀ ਹੈ, ਆਰਗੇਨਾਈਜੇਸ਼ਨ ਹੈ, ਉਹਦੇ ਇੱਕ ਪਾਰਟ ਬਣ ਕੇ ਸਕਸੈਸ ਠੀਕ ਹੈ ਜੀ ਪ੍ਰਾਪਤ ਕਰਾਂ ਆਪਣੇ, ਜਾਂ ਉਹਨੂੰ ਸਕਸੈਸ ਸਫਲਤਾ ਕੀ ਰਿਪਰੈਜ਼ੈਂਟ ਕਰ ਦਰਸਾਵਾਂ ਤੁਹਾਡੀ ਕੰਪਨੀ ਦੇ ਵਿੱਚ। ਦੂਸਰਾ ਪੁਆਇੰਟ ਕੀ ਹੈ, ਥੈਂਕ ਯੂ ਫॉर ਓਪਰਚੁਨਿਟੀ, ਧੰਨਵਾਦ ਕੀਤਾ ਜੀ ਓਪਰਚੁਨਿਟੀ ਮੌਕੇ ਦੇ ਲਈ। ਇਟਸ ਆਨਰ, ਮੈਨੂੰ ਮਾਣ ਹੈ ਕਿ ਸਿਲੈਕਟ ਹੋਇਆ ਮੈਂ ਤੁਹਾਡੀ ਕੰਪਨੀ ਵਾਸਤੇ। ਯੂਅਰ ਟੀਮ ਠੀਕ ਹੈ, ਯੂਅਰ ਆਰਗੇਨਾਈਜੇਸ਼ਨ ਯੂਅਰ ਕੰਪਨੀ। ਇਹ ਸਲੈਸ਼ ਪਾਇਆ ਮਤਲਬ ਜਾਂ ਉਹ ਟੀਮ ਵੀ ਕਹਿ ਸਕਦੇ ਹੋ, ਜਾਂ ਸੰਸਥਾ ਕਹਿ ਸਕਦੇ ਹੋ, ਜਾਂ ਤੁਹਾਡੀ ਕੰਪਨੀ ਕਹਿ ਸਕਦੇ ਹੋ। ਥਰਡ ਪੁਆਇੰਟ ਲਿਖਿਆ ਜੀ, ਜੇ ਤੁਸੀਂ ਉੱਪਰਲੇ ਦੋ ਨਹੀਂ ਲਿਖਣੇ ਤਾਂ ਤੀਸਰਾ ਪੁਆਇੰਟ ਲਿਖਿਆ ਜੀ, ਥੈਂਕ ਯੂ ਫॉर ਦਿਸ ਵੰਡਰਫੁਲ ਓਪਰਚੁਨਿਟੀ। ਇਟ ਵਿਲ ਪੁੱਟ ਇਨ ਮਾਈ ਬੈਸਟ ਐਫਰਟਸ, ਮੈਨੂੰ ਪੋਜ਼ਿਟਿਵ ਦਿਖਾਊਗਾ ਕੰਟਰੀਬਿਊਸ਼ਨ ਠੀਕ ਹੈ। ਮੈਂ ਚੰਗਾ ਬਣ ਕੇ ਦਿਖਾਊਂਗਾ ਤੁਹਾਡੀ ਕੰਪਨੀ ਦੇ ਲਈ ਠੀਕ ਹੈ। ਤੁਹਾਡਾ ਜਿਹੜਾ ਬੈਸਟ ਆਫਰ ਆਪਣੇ ਬਦਲੇ ਮੈਂ ਕੀ ਪੂਰੀਆਂ ਕੋਸ਼ਿਸ਼ਾਂ ਕਰੂੰ, ਬੈਸਟ ਐਫਰਟਸ ਲਾਊਂਗਾ ਮੈਂ ਕਿ ਤੁਹਾਡੀ ਕਿਹੜੀ ਕੰਪਨੀ ਹੈ ਉਹ ਸਕਸੈਸਫੁਲ ਰਹੇ ਠੀਕ ਹੈ। ਤਾਂ ਇਸ ਤਰ੍ਹਾਂ ਆਪਾਂ ਨੇ ਇੱਕ ਪੋਜ਼ਿਟਿਵ ਲੈ ਕੇ ਚੱਲਣਾ ਹੁੰਦਾ ਹਰ ਇੱਕ ਚੀਜ਼ ਨੂੰ। ਠੀਕ ਹੈ ਜੀ। ਜੇਕਰ ਉਮੀਦਵਾਰ ਨੇ ਰੋਜ਼ਗਾਰ ਸ਼ੁਰੂ ਹੋਣ ਤੋਂ ਪਹਿਲਾਂ ਕੁਝ ਕਰਨਾ ਹੈ ਤਾਂ ਉਸ ਨੋਟੀਫਿਕੇਸ਼ਨ ਦੇ ਲਈ ਬੇਨਤੀ ਕਰਨਾ, ਹੇਠਾਂ ਸ਼ਬਦਾਂ ਦਾ ਅਰਥ ਲੱਭੋ ਜੋ ਕਿ ਨੌਕਰੀ ਦੀ ਪੇਸ਼ਕਸ਼ ਨੂੰ ਸਵੀਕਾਰ ਕਰਨਾ ਹੈ। ਤਾਂ ਆਪਾਂ ਬਿਫੋਰ ਪ੍ਰਾਇੋਰਟੀ ਦਿੰਦੇ ਆਪਾਂ ਕਿਸੇ ਨੂੰ ਠੀਕ ਹੈ, ਐਂਥੂਸੀਜ਼ਮ, ਪੋਜ਼ਿਟਿਵ, ਪ੍ਰੀ ਆਰਡਰ, ਓਪਰਚੁਨਿਟੀ, ਪ੍ਰੋਬੇਸ਼ਨਰੀ ਪੀਰੀਅਡ। ਤਾਂ ਇਹਨਾਂ ਦੇ ਲਈ ਇੱਕ ਬਕਾਇਆ ਜਿਹੜਾ ਅਰਥ ਲੱਭਣੇ ਨੇਗੇ। ਪ੍ਰੀ ਮੀਨਸ ਕਿ ਵਨ ਈਚ ਫਸਟ, ਜਿਹਨੂੰ ਪ੍ਰਾਇੋਰਟੀ ਪਰ ਠੀਕ ਹੈ, ਜਾਂ ਓਪਰਚੁਨਿਟੀ ਦਾ ਮਤਲਬ ਆਰਡਰ, ਚਾਂਸ ਠੀਕ ਹੈ। ਪ੍ਰੋਬੇਸ਼ਨਰੀ ਮਤਲਬ ਔਨ ਟ੍ਰਾਇਲ, ਤੁਹਾਨੂੰ ਦੱਸਿਆ ਸੈਂਪਲ, ਟ੍ਰੇਨਿੰਗ ਪੀਰੀਅਡ ਹੁੰਦਾ ਗਾ ਠੀਕ ਹੈ। ਤਾਂ ਇਸ ਤਰ੍ਹਾਂ ਆਪਾਂ ਨੇ ਕੀ ਕਰਨਾ ਜੀ, ਇਹ ਕੁਝ ਲਾਈਨਾਂ ਨੇ ਜਿਹੜੀਆਂ ਮੈਂਸ਼ਨ ਜ਼ਰੂਰ ਕਰਨੀਆਂ ਨੇ ਡਿਊਰਿੰਗ ਟੈਲੀਫੋਨਿਕ ਇੰਟਰਵਿਊ ਦੇ ਲਈ। ਤੇ ਇੱਕ ਅਸੈਪਟਿੰਗ ਜਿਹੜਾ ਜੋਬ ਲੈਟਰ ਹੈਗਾ ਉਸ ਦੇ ਲਈ ਤੁਹਾਨੂੰ ਇਹ ਮੈਂਸ਼ਨ ਕਰਨਾ ਬਹੁਤ ਜ਼ਰੂਰੀ ਹੈ ਐਜ ਏ ਪ੍ਰੋਫੈਸ਼ਨਲ ਠੀਕ ਹੈ। ਜੇ ਤੁਸੀਂ ਪ੍ਰੋਫੈਸ਼ਨਲ ਹੋਗੇ, ਇੰਪਲਾਈਮੈਂਟ ਹੋਗੇ, ਜੇ ਕਿਸੇ ਕੰਪਨੀ ਦੇ ਵਿੱਚ ਪ੍ਰੋਫੈਸ਼ਨਲ ਬਹੁਤ ਵਧੀਆ ਅੱਛੀ ਕੰਪਨੀ ਹੈ ਮਲਟੀਨੈਸ਼ਨਲ, ਤਾਂ ਤੁਹਾਨੂੰ ਇਹ ਚੀਜ਼ਾਂ ਨੂੰ ਕੀ ਫੋਲੋ ਕਰਨਾ ਪੈਂਦਾ ਗਾ, ਤੁਹਾਨੂੰ ਸਿੱਖਣਾ ਪੈਂਦਾ ਇਸ ਚੀਜ਼ ਦਾ ਕਿ ਇੱਕ ਵਧੀਆ ਟੈਲੈਂਟਡ, ਸਕਿੱਲਫੁਲ ਠੀਕ ਹੈ। ਇਹ ਚੀਜ਼ਾਂ ਕੀ ਹੈ ਮਾਇਨੇ ਰੱਖਦੇ ਆ।